ਸਭ ਤੋਂ ਪਹਿਲਾਂ ਸਭ ਨੂੰ ਮੇਰੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਮੈਂ ਪ੍ਰਦੀਪ ਕੌਰ, ਪੰਜਾਬੀ ਮਿਸਟਰੈਸ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ 9ਵੀਂ ਜਮਾਤ ਦੀ ਨੌਰੰਗ ਸਿੰਘ ਦੀ ਲਿਖੀ ਕਹਾਣੀ ਮੁਰਗੀਆਂ ਲੈ ਕੇ ਆਈ ਹਾਂ। ਨੌਰੰਗ ਸਿੰਘ ਦਾ ਪੰਜਾਬੀ ਦੇ ਮੁੱਢਲੇ ਕਹਾਣੀਕਾਰਾਂ ਵਿੱਚ ਵਿਸ਼ੇਸ਼ ਸਥਾਨ ਹੈ। ਆਪ ਨੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੇ ਲੋਕ ਗੀਤ ਅਤੇ ਪੰਜਾਬ ਪੁਸਤਕਾਂ ਲਈ ਭਰਪੂਰ ਯੋਗਦਾਨ ਦਿੱਤਾ। ਕਹਾਣੀ ਮੁਰਗੀਆਂ। ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਮੈਂ ਮੁਰਗੀਆਂ ਬਾਰੇ ਦੱਸਣਾ ਚਾਹਾਂਗੀ। ਮੈਨੂੰ ਪਤਾ ਹੈ ਕਿ ਤੁਹਾਨੂੰ ਖਾਸ ਕਰਕੇ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥੀਆਂ ਨੂੰ ਮੁਰਗੀਆਂ ਬਾਰੇ ਪਤਾ ਹੀ ਹੋਏਗਾ ਕਿ ਕੀ ਹੁੰਦੀਆਂ ਹਨ। ਮੁਰਗੀਆਂ ਕੁੜੀਆਂ ਦੇ ਕੰਨਾਂ ਵਿੱਚ ਪਾਈਆਂ ਛੋਟੀਆਂ-ਛੋਟੀਆਂ ਵਾਲੀਆਂ ਨੂੰ ਕਹਿੰਦੇ ਹਨ। ਆਮ ਕਰਕੇ ਸਕੂਲਾਂ ਵਿੱਚ ਰੰਗ ਬਰੰਗੇ ਟੌਪਸ ਪਹਿਨਣ ਤੋਂ ਮਨ੍ਹਾ ਹੋਣ ਕਰਕੇ ਕੁੜੀਆਂ ਕੰਨਾਂ ਵਿੱਚ ਛੋਟੀਆਂ-ਛੋਟੀਆਂ ਮੁਰਗੀਆਂ ਪਾ ਲੈਂਦੀਆਂ ਹਨ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਆਰਥਿਕ ਸਮੱਸਿਆ ਭਾਵ ਪੈਸੇ ਸੰਬੰਧੀ ਸਮੱਸਿਆ ਵਿੱਚ ਘਿਰੀ ਇੱਕ ਮਾਂ ਦਾ ਜ਼ਿਕਰ ਕੀਤਾ ਹੈ, ਜੋ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ 2 ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਪਾਲਦੀ ਹੈ ਤੇ ਗਰੀਬੀ ਦੀ ਜੂਨ ਕੱਟਦੀ ਹੋਈ ਇਸ ਦੁਨੀਆ ਤੋਂ ਚਲੀ ਜਾਂਦੀ ਹੈ। ਵਿਦਿਆਰਥੀਓ, ਕਹਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਤਾਂ ਜੋ ਤੁਹਾਨੂੰ ਕਹਾਣੀ ਚੰਗੀ ਤਰ੍ਹਾਂ ਸਮਝ ਆ ਜਾਵੇ। ਪੂੰਝਣਾ, ਇਕੱਠੇ ਕਰਨਾ। ਜਿਵੇਂ ਆਪਾਂ ਕਈ ਹੱਥ ਨਾਲ ਚੀਜ਼ ਇਕੱਠੇ ਕਰਦੇ ਹਾਂ, ਉਹਨੂੰ ਕਹਿੰਦੇ ਪੂੰਝਣਾ। ਗੁੱਥਮ ਗੁੱਥਾ, ਆਪਸ ਵਿੱਚ ਹੱਥੋਂ ਪਾਈ ਹੋਣਾ। ਹੂਰਾ ਕੱਢ ਮਾਰਨਾ, ਘਸੁੰਨ ਮਾਰਨਾ। ਸਿੱਕਰੀ, ਸੁੱਕੇ ਹੋਏ ਬੁੱਲ੍ਹਾਂ ਉੱਤੇ ਚਿੱਟੇ ਰੰਗ ਦੀ ਪਰਤ ਆ ਜਾਣੀ। ਦਿਲਬਰੀ, ਦਿਲ ਨੂੰ ਦਿਲਾਸਾ ਦੇਣਾ। ਕੰਧਾਲਾ, ਲੋਹੇ ਦਾ ਇੱਕ ਸੰਦ ਜਿਸ ਨਾਲ ਧਰਤੀ ਪੁੱਟੀ ਜਾਂਦੀ ਹੈ। ਝੱਗੇ, ਕਮੀਜ਼ਾਂ। ਡੰਡ ਪਾਉਣਾ, ਰੌਲਾ ਪਾਉਣਾ। ਭੌਂਦਿਆਂ ਭੌਂਦਿਆਂ, ਤੁਰਦਿਆਂ ਫਿਰਦਿਆਂ। ਫਾਕਾਂ ਵਿੱਚ ਰਾਤਾਂ ਗੁਜ਼ਾਰਨਾ, ਭੁੱਖੇ ਪੇਟ ਸੋ ਜਾਣਾ। ਗੰਵਾਰ, ਗਵਾਰ ਬੇਅਕਲ ਮੂਰਖ ਨੂੰ ਕਹਿੰਦੇ ਆ। ਹੂਕ, ਚੀਸ। ਘੁੜਕਣਾ, ਡਰਾਵਾ ਦੇਣਾ ਜਾਂ ਧਮਕੀ। ਖਿੱਤੀ, ਤਾਰਿਆਂ ਦਾ ਝੁੰਡ। ਕਹਾਣੀ ਮੁਰਗੀਆਂ। ਹੂੰ ਹਾਏ, ਬਿਮਾਰ ਮਾਂ ਅੰਦਰ ਹੰਗੂਰਾ ਮਾਰਦੀ ਸੀ। ਕਰੀਮੂ ਤੇ ਰਹੀਮੂ ਬਾਹਰ ਅਖਰੋਟ ਪਏ ਖੇਡਦੇ ਸਨ। ਹੂੰ ਮੇਰੀ, ਚੱਲ ਸੁੱਟ, ਕਰੀਮੂ ਨੇ ਕਿਹਾ। ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਅਖਰੋਟ ਦੀ ਲੱਪ ਖੁੱਤੀ ਵੱਲ ਵਗਾਹੀ। ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਵੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਨੂੰ ਪੁੱਛਿਆ, ਦੱਸ ਚੋਟ ਕਿਹੜੇ ਤੇ ਲਾਵਾਂ? ਲਾ ਵਿਚਕਾਰਲੇ ਤੇ। ਰਹੀਮੂ ਨੇ ਸ਼ਿਸਤ ਬਣ ਕੇ ਅੱਗੇ ਨੂੰ ਝੁਕ ਕੇ ਦੱਸੇ ਅਖਰੋਟ ਤੇ ਖਰੋਟ ਵਗਾਇਆ, ਪਰ ਨਿਸ਼ਾਨਾ ਉੱਕ ਗਿਆ। ਹਾ 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 ਹਾ, ਉੱਕ ਗਿਆ। ਕਰੀਮੂ ਉੱਚੀ ਸਾਰੀ ਹੱਸਿਆ। ਹਾਏ ਹਾਏ ਵੇ, ਪਾਣੀ ਦਾ ਘੁੱਟ ਮੂੰਹ ਵਿੱਚ ਪਾ ਜਾਓ ਵੇ। ਅੰਦਰੋਂ ਮਾਂ ਦੀ ਟੁੱਟਵੀਂ ਆਵਾਜ਼ ਆਈ। ਦੇ ਦਿੰਦੇ ਆ ਮਾਂ ਪਾਣੀ ਵੀ। ਕਰੀਮੂ ਨੇ ਅਖਰੋਟ ਹੁੰਝਦਿਆਂ ਆਖਿਆ ਤੇ ਕਾਹਲੀ ਨਾਲ ਉਹ ਨਿਯਤ ਥਾਂ ਤੇ ਅਖਰੋਟ ਖੁੱਤੀ ਵਿੱਚ ਪਾਣ ਲਈ ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਅਖਰੋਟ ਖੁੱਤੀ ਵੱਲ ਸੁੱਟੇ। ਨਾਲੇ ਉਸ ਰਹੀਮੂ ਤੋਂ ਪੁੱਛਿਆ, ਕਿੰਨੇ ਪਏ ਨੀ? ਇੱਕੋ ਪਿਆ ਕੁੱਲ। ਰਹੀਮੂ ਇਸ ਤੇ ਡਾਢਾ ਖੁਸ਼ ਸੀ। ਉਸ ਚੋਟ ਲਾਉਣ ਲਈ ਇੱਕ ਅਖਰੋਟ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, ਪਰ ਉਹ ਇਹ ਜਾਣ ਕੇ ਕਿ ਉਸ ਦੀ ਚੋਟ ਅਖਰੋਟ ਤੇ ਵੱਜ ਗਈ ਏ ਤੇ ਉਹ ਸਾਰੇ ਅਖਰੋਟ ਹੁੰਝਣ ਦਾ ਹੱਕਦਾਰ ਹੈ, ਅੱਗੇ ਵਧਿਆ। ਪਰ ਰਹੀਮੂ ਨੇ ਇਉਂ ਕਰਨ ਤੋਂ ਉਸ ਨੂੰ ਡੱਕਿਆ। ਉਹਦਾ ਖਿਆਲ ਸੀ ਚੋਟ ਨਹੀਂ ਵੱਜੀ ਤੇ ਐਵੇਂ ਉਹ ਸਾਰੇ ਅਖਰੋਟ ਚੁੱਕ ਨਹੀਂ ਸੀ ਸਕਦਾ। ਪਰ ਕਰੀਮੂ ਆਖੀ ਜਾਏ ਚੋਟ ਲੱਗੀ ਏ, ਰਹੀਮੂ ਆਖੇ ਤੂੰ ਰੋਂਦੂ ਏ, ਵਧਾਣ ਵੱਧ ਗਿਆ। ਦੋਵੇਂ ਗੁੱਥਮ ਗੁੱਥਾ ਹੋ ਗਏ। ਕਰੀਮੂ ਵੱਡਾ ਸੀ। ਉਸ ਰਹੀਮੂ ਦੇ ਦੰਦਾਂ ਉੱਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਗਿਆ। ਬੁੱਢੀ ਮਾਂ ਅੰਦਰੋਂ ਇੱਕੋ ਸਾਏ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ।
ਉਹਦੇ ਕੰਨੀ ਇਹਨਾਂ ਦੇ ਵਖੜਾਂਦ ਦੀ ਆਵਾਜ਼ ਪੈ ਪੈ ਉਹਨੂੰ ਵਧੇਰੇ ਦੁਖੀ ਕਰਦੀ ਸੀ। ਉਹਦੇ ਧਿਆਏ ਬੁੱਲਾਂ ਤੇ ਸਿੱਕੜੀਆਂ ਆ ਗਈਆਂ, ਪਰ ਕਿਸੇ ਉਹਦੀ ਨਾ ਸੁਣੀ। ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਹੁੰਦੇ ਸਨ। ਇੱਕ ਦੂਜੇ ਦੇ ਝੱਗੇ ਖੋਹ ਕੱਤਦੇ, ਖਰੁੰਡਾਂ ਨਾਲ ਮੂੰਹ ਛਿੱਲੇ ਜਾਂਦੇ, ਪਰ ਮੁੜ ਗੁੱਸਾ ਢਿੱਲਾ ਹੋਣ ਤੇ ਦੋਵੇਂ ਉਹੋ ਜਿਹੇ ਤੇ ਉਹੋ ਜਿਹੇ ਹੋ ਜਾਂਦੇ। ਦੋਹਾਂ ਦੇ ਪਿੰਡੇ ਘੱਟੇ ਨਾਲ ਅੱਟੇ ਹੋਏ, ਪੈਰੋਂ ਨੰਗੇ ਨਖੜੰਮੇ ਜੇ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ। ਲੋਕੀ ਉਹਨਾਂ ਵੱਲ ਤੱਕਦੇ, ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ। ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ। ਸਦਾ ਹੀ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਰਹਿੰਦੀਆਂ ਸਨ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਅਖਰੋਟਾਂ ਨਾਲ ਖੁੱਤੀ ਖੇਡਦੇ ਲੋਕਾਂ ਨੂੰ ਉੱਕਾ ਨਾ ਪਾਉਂਦੇ। ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ, ਪਰ ਇਹ ਦੋਵੇਂ ਭਰਾ ਘੜੇ ਹੀ ਹੋਏ ਹੀ ਵੱਖਰੀ ਮਿੱਟੀ ਦੇ ਸਨ। ਅਖਰੋਟਾਂ ਤੋਂ ਹੱਡ ਕੌਡੀਆਂ ਨੂੰ ਜੁਟ ਜਾਂਦੇ। ਕਈ ਵਾਰ ਉੱਥੇ ਹੀ ਜੂਤ ਪਤਾੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬਹਿੰਦੇ। ਉੱਥੇ ਲੋਕਾਂ ਦੀਆਂ ਇੱਧਰਲੀਆਂ ਉੱਧਰਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗਲਵਕੜੀ ਪਈ ਹੁੰਦੀ ਸੀ। ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਤ ਹੀ ਕਿੱਥੇ ਸੀ, ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵੇਹਲ ਵੀ ਕਰੀਮੂ ਰਹੀਮੂ ਨੂੰ ਨਹੀਂ ਸੀ ਲੱਭਦੀ। ਜਦੋਂ ਉਹ ਖਰੋਟ ਤੇ ਕੌਡੀਆਂ ਖੇਡ ਹਟਦੇ ਅਤੇ ਹੱਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਵਗਦੇ। ਜੰਡਾਂ ਚਰਵਾਹਾਂ ਵਨਾਂ ਥੱਲੇ ਖਲੋ ਕੇ ਉੱਥੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ। ਉਹ ਬੈਠਾ ਏ, ਇਹ ਬੈਠਾ ਏ, ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ, ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ। ਉਹਨਾਂ ਤੋਂ ਅੱਜ ਤੀਕਰ ਕਦੇ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਢੇ ਖਲੋਤੇ ਬ੍ਰਿਛ ਦੀ ਛਾਵੇਂ ਬਹਿ ਜਾਂਦੇ, ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ। ਲੋਕੀ ਪਤਾ ਨਹੀਂ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਨਾਲ ਗਾਰਾ ਖਰੋਚਦਾ, ਐਵੇਂ ਜੇ ਆਖਦਾ, ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉੱਤਰ ਦਿੰਦਾ, ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ। ਫੇਰ ਇੱਕ ਨਿਰਾਸ਼ਤਾ ਜਿਹੀ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚੁਪੀਤੇ ਬੈਠੇ ਘਾਹ ਦੀਆਂ ਧੀਨਾਂ ਉਖਾੜਦੇ ਰਹਿੰਦੇ, ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬਹਿੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਝੱਸ ਪੂਰਾ ਕਰਦੇ। ਕਈ ਵਾਰ ਇਉਂ ਹੀ ਬਾਹਰ ਭੌਂਦਿਆਂ ਭੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ। ਆਥਣ ਹੋ ਗਈ ਸੀ। ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ ਤੇ ਟੰਗੀ ਪਿੰਡ ਨੂੰ ਪਰਤ ਪਏ। ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ। ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ, ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਤੇ ਇੱਕ ਦੂਜੇ ਸੂਏ। ਉਹ ਉਹਨਾਂ ਤੇਹਾਂ ਨੂੰ ਚਾਰਦੇ ਹੁੰਦੇ ਸਨ। ਇਉਂ ਹੀ ਹੇਕਾਂ ਲਾਉਂਦੇ ਘਰ ਮੁੜਦੇ ਹੁੰਦੇ ਸਨ। ਉਦੋਂ ਫਿਰ ਉਹ ਵਹਿੜੀ ਤੇ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ ਉਹਨਾਂ ਨੂੰ, ਤੇ ਤੈਨੂੰ ਨਹੀਂ ਪਤਾ? ਚਲੋ ਠੀਕ ਹੋਇਆ, ਸਾਂਭ ਸੰਭਾਈ ਦਾ ਟੰਟਾ ਗੱਲੋਂ ਲੱਥਿਆ, ਰਹੀਮੂ ਨੇ ਖੁਸ਼ ਹੋ ਕੇ ਕਿਹਾ। ਘੁਸਮੁਸਾ ਜਿਹਾ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਆਕਾਸ਼ ਉੱਤੇ ਜੇ ਕੋਈ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖੁਰਾਂ ਦੇ ਘੱਟੇ ਨਾਲ ਫਜ਼ਾ ਅੱਟੀ ਹੋਈ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਮ ਠੁੰਗੇ ਭਰ ਕੇ ਉੱਡ ਚੁੱਕੀਆਂ ਸਨ।
ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ। ਪਹਿਲਵਾਨਾਂ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੜੀਆਂ ਹੋਈਆਂ ਦਿਸਦੀਆਂ ਸਨ। ਪਤਾ ਹੀ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ? ਹਾਂ ਪਤਾ ਏ, ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਦੱਸਿਆ ਕਰਦੀ ਏ। ਮੈਂ ਉਦੋਂ ਨਿੱਕਾ ਹੁੰਦਾ ਸਾਂ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈੜਕੀ ਤੇ ਝੋਟੀਆਂ ਗਈਆਂ ਸਨ। ਇਉਂ ਆਖਦਾ ਆਖਦਾ ਕਰੀਮੂ ਹੱਸ ਪਿਆ, ਨਾਲ ਹੀ ਰਹੀਮੂ ਵੀ। ਦੋਵੇਂ ਹੀ ਖਿੜ-ਖਿੜ ਕਰਦੇ ਦੂਰੇ ਹੁੰਦੇ ਜਾਂਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਜਿਕਰ ਉਹ ਰੋ ਰਹੇ ਹੁੰਦੇ ਸੀ। ਇੰਨੇ ਨੂੰ ਹਵਾ ਦਾ ਇੱਕ ਰੁਮਕਾ ਵੱਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ। ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ, ਹੁਣ ਨਾ ਸਾਡੇ ਵਾਹੁਣ ਨੂੰ ਭੋਏ, ਨਾ ਜੋਣ ਨੂੰ ਢੱਗੇ। ਚੱਲ ਚੰਗਾ ਏ, ਏਦਾਂ ਹੀ ਕੀ ਲੈਣਾ ਜੇ ਗੱਲ ਫਾਹੇ ਪਾ ਕੇ। ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਨੀਆਂ ਖਿੱਚਦਿਆਂ ਆਖਿਆ। ਫਿਰ ਦੋਵੇਂ ਚੁੱਪ ਹੋ ਗਏ। ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀ ਅਹਿਸਾਸਾਂ ਨੂੰ ਪ੍ਰਗਟ ਕਰਦੇ ਸਨ। ਇੰਨੇ ਨੂੰ ਕਰੀਮੂ ਨੇ ਆਖਿਆ, ਚੱਲ ਰਹੀਮੂ, ਵਗ ਚੱਲੀਏ। ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਹੀ ਨਾ ਕੱਢੇ। ਤੇ ਦੋਵੇਂ ਕਾਲੀ ਕਾਲੀ ਲਾਂਘਾਂ ਭਰਦੇ ਪਿੰਡ ਵੱਲ ਤੁਰ ਪਏ, ਜਿੱਥੇ ਦੀਵੇ ਬਲ ਚੁੱਕੇ ਸਨ। ਜਿੱਦਣ ਦੀ ਮਾਂ ਬਿਮਾਰ ਪਈ ਸੀ, ਦੋਵੇਂ ਇੱਕੋ ਵੇਲੇ ਰੋਟੀ ਖਾਂਦੇ ਹੁੰਦੇ ਸਨ। ਮਾਂ ਲੋਕਾਂ ਦੇ ਘਰੀਂ ਪੀਹਣ ਦਲਨ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੋ ਡੰਗ ਨਹੀਂ ਸਨ ਟਪਾ ਸਕਦੇ। ਦੋਵੇਂ ਜਣੇ ਚੁੱਲ੍ਹਾ ਤਾਉਂਦੇ ਤੇ ਕੱਚੀਆਂ ਧੁਆਂਖੀਆਂ ਰੋਟੀਆਂ ਲੂਣ ਲਾ ਕੇ ਖਾ ਸੌਂ ਜਾਂਦੇ। ਕਦੇ ਕਦੇ ਫਾਕਿਆਂ ਵਿੱਚ ਹੀ ਉਹ ਰਾਤਾਂ ਗੁਜ਼ਾਰਦੇ ਹੁੰਦੇ ਸਨ। ਪਿੰਡ ਦੇ ਇਹਨਾਂ ਨੂੰ ਗੰਵਾਰ ਸਮਝਦੇ ਸਨ। ਉਹਨਾਂ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਉੱਤੇ ਵੇਚਦਿਆਂ ਧੱਕਿਆ ਸੀ। ਪਿੰਡ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਰਹੀਮੂ ਤੇ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ, ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਸਦਾ ਟਿਕਿਆ ਰਿਹਾ। ਲੋਕਾਂ ਦੇ ਨਿੱਤ ਨਿੱਤ ਦੇ ਉਲਾਂਭਿਆਂ ਤੇ ਤਲਾਸ਼ੀਆਂ ਤੋਂ ਮਾਂ ਛਿੱਥੀ ਪੈ ਗਈ। ਕਰੀਮੂ ਤੇ ਰਹੀਮੂ ਵੀ ਇਕਾਂਤ ਵਿੱਚ ਬਹਿ ਕੇ ਇਹਨਾਂ ਊਰਜਾਂ ਨੂੰ ਮਹਿਸੂਸ ਤਾਂ ਕਰਦੇ, ਪਰ ਪਲਕ ਲਈ। ਮੁੜ ਉਹ ਛੇਤੀ ਹੀ ਕੌਡੀਆਂ ਅਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ। ਲੋਕੀ ਇਹਨਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿੱਚ ਲੁਕ ਲੁਕ ਬਹਿੰਦੇ। ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹਖਾਨੇ ਭਿਜਵਾ ਦਿੱਤਾ ਜਾਵੇ। ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ ਕਦੇ ਗੱਲਾਂ ਵੀ ਕੀਤਾ ਕਰਦੇ। ਲੋਕੀ ਸਾਡੇ ਉੱਤੇ ਬਦੋ-ਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਨੇ? ਅਸਾਂ ਕਦੇ ਕਿਸੇ ਦੀ ਰੀਣ ਤੱਕ ਨਹੀਂ ਛੂਈ। ਐਵੇਂ ਚੱਲੇ ਨੇ, ਦੂਜਾ ਆਖਦਾ, ਤੇ ਦੋਵੇਂ ਜਣੇ ਉੱਚੀ ਉੱਚੀ ਹੱਸ ਪੈਂਦੇ। ਮਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ। ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ, ਮਾਂ ਦੇ ਮੂੰਹ ਨੂੰ ਤੱਕਦੇ। ਮਾਂ ਬੜੀ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬਹੁਤੀਆਂ ਉਹਨਾਂ ਦੇ ਪਿਓ ਬਾਰੇ। ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ ਤੁਹਾਡਾ ਅੱਬਾ ਬੱਚਾ। ਹਾਂ ਮਾਂ, ਬੜਾ ਚੰਗਾ ਸੀ, ਕਰੀਮੂ ਖੁਸ਼ੀ ਨਾਲ ਬੋਲਿਆ। ਮੈਨੂੰ ਹਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ, ਬੱਲੇ ਬੱਲੇ ਕਿੰਨੀਆਂ ਹੋਰ ਚੀਜ਼ਾਂ, ਸਾਥੋਂ ਮੁੱਕਦੀਆਂ ਹੀ ਨਾ, ਹੈ ਨਾ ਕਰੀਮੂ? ਰਹੀਮੂ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ। ਨਾਲ ਲੱਗਦਿਆਂ ਕਰੀਮੂ ਮਾਂ ਵੱਲ ਤੱਕਦਿਆਂ ਬੋਲਿਆ। ਰੱਜ ਰੱਜ ਰੋਟੀਆਂ ਖਾਂਦੇ ਹੁੰਦੇ ਸਾਂ, ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਏ ਨਹੀਂ। ਇੱਕ ਪਾਲੀ ਕੋਠੇ ਵਿੱਚ ਹੂਕ ਜਿਹੀ ਛਾ ਗਈ। ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ।
ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਭਰ ਕੇ ਮੁੜ ਆਖਿਆ, ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ ਬੱਚਾ। ਵੇਂਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ, ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜੇ ਆਉਣ ਲੱਗ ਪਏ ਤੇ ਉਹ ਮੁੜ ਬੋਲੀ, ਬੜੇ ਔਖੇ ਵੇਲੇ ਆਏ ਬੱਚਾ। ਜਦੋਂ ਜੂਏ ਵਿੱਚ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਘਾ ਟਪਾਉਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ, ਪਰ ਉਸ ਆਖਿਆ ਸੀ ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ। ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ। ਕਰੀਮੂ ਤੇ ਰਹੀਮੂ ਸੁੰਨ ਹੋਏ ਬੈਠੇ ਰਹੇ। ਮਾਂ ਕੁਝ ਰੁਕ ਕੇ ਬੋਲੀ, ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸਾਂਭ ਰੱਖਦੀ ਆਈ ਹਾਂ। ਪੁੱਤਰ, ਜੇ ਮੈਂ ਮਰ ਗਈ ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀਆਂ ਤੁਹਾਡੇ ਅੱਬਾ ਦੀ ਯਾਦ। ਉਹਦੇ ਗਲਾ ਰੁਕ ਗਿਆ, ਅੱਗੇ ਉਹ ਕੁਝ ਨਾ ਕਹਿ ਸਕੀ। ਬਿੰਦ ਕੁ ਮਗਰੋਂ ਦੋਵੇਂ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਉੱਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ ਪੇ ਝਾਕਦੇ ਸਨ, ਮਾਨੋ ਉਹਨਾਂ ਨੂੰ ਘੁਰਕ ਰਹੇ ਨੇ। ਦੋਵੇਂ ਨਾਲੋਂ ਨਾਲ ਡਟੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ। ਮਾਂ ਐਵੇਂ ਨਿੱਤ ਮਰਨ ਕਰਦੀ ਰਹਿੰਦੀ ਹੈ, ਕਰੀਮੂ ਬੋਲਿਆ। ਰੱਬ ਕਰੇ ਨਾ ਮਾਂ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ, ਰਹੀਮੂ ਨੇ ਆਖਿਆ। ਹਾਂ, ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ। ਫਿਰ ਉਹ ਦੋਵੇਂ ਚੁੱਪ ਕਰ ਗਏ। ਸੋਨਾ ਵੀ ਕਦੇ ਦੱਬੀ ਦਾ ਭੌਂ ਵਿੱਚ ਭਲਾ? ਰਹੀਮੂ ਨੇ ਮੁੜ ਪੁੱਛਿਆ। ਕਾਹਨੂੰ, ਮਾਂ ਤੇ ਸੁਦੈਣ ਹੈ, ਲੋਕੀ ਤੇ ਸੋਨਾ ਧਰਤੀ ਚੋਂ ਕੱਢਦੇ ਹੁੰਦੇ ਨੇ। ਕਿੰਨੇ ਕੰਮ ਆਉਂਦਾ ਏ ਸੋਨੇ ਦੇ ਪੈਸੇ, ਪੈਸਿਆਂ ਦੇ ਦਾਣੇ ਤੇ ਰੋਟੀਆਂ। ਇਉਂ ਗੱਲਾਂ ਕਰਦੇ ਉਹ ਸੌਂ ਗਏ। ਕਈ ਦਿਨ ਹੋਰ ਲੰਘ ਗਏ। ਓੜਕ ਰਿੜਕਦੀ ਮਾਂ ਦਾ ਅੰਤ ਹੋ ਗਿਆ। ਦੋਹਾਂ ਭਰਾਵਾਂ ਨੜੋਇਆ ਤਿਆਰ ਕੀਤਾ। ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ। ਉਹਨਾਂ ਆਪੇ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਿਆ ਕੀਤਾ। ਦੋਹਾਂ ਕੰਨਾਂ ਵਿੱਚ 2 ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕਦੀਆਂ ਸਨ, ਉਹਨਾਂ ਦੇ ਪਿਓ ਦੀ ਯਾਦਗਾਰ। ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਨਾ ਕੋਈ ਦਿਲਬਰੀ ਲਈ ਉਹਨਾਂ ਦੇ ਕੋਲ ਬੈਠਾ, ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਭਾਣੇ ਮੰਜਿਆਂ ਤੇ ਚੁੱਪਚਾਪ ਜੇ ਪੈ ਗਏ। ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ, ਚਲੋ ਜੀ, ਤੁਰ ਗਈ ਮਾਂ ਵੀ ਅੱਜ। ਹੁਣ ਉਹ ਕਿੱਥੇ ਜਾਏਗੀ ਕਰੀਮੂ? ਰਹੀਮੂ ਨੇ ਵੀ ਚੁੱਪ ਤੋੜੀ। ਬਹਿਸ਼ਤੀ, ਮੁਰਕੀਆਂ ਵੀ ਨਾਲ ਹੀ? ਮੁਰਕੀਆਂ? ਕਰੀਮੂ ਕੋਈ ਉੱਤਰ ਨਾ ਦੇ ਸਕਿਆ। ਓੜਕ ਦੋਹਾਂ ਨੂੰ ਨੀਂਦਰ ਆ ਗਈ। ਧਰੂ ਦੁਆਲੇ ਘੁੰਮਣ ਵਾਲੀ 7 ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ। ਜਦੋਂ ਰਹੀਮੂ ਕਸਮੇੜੇ ਜੇ ਪਾਂਦਾ ਜਾਗਿਆ, ਰਾਤ ਏਡੀ ਡਰਾਉਣੀ ਸੀ ਜਿੱਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ। ਉਸ ਸਹਿਜੇ ਜੇ ਭਰਾ ਨੂੰ ਜਗਾ ਕੇ ਆਖਿਆ, ਭੁੱਖ ਲੱਗੀ ਏ ਕਰੀਮੂ? ਘਰ ਵਿੱਚ ਤੇ ਕੁਝ ਨਹੀਂ, ਕਰੀਮੂ ਬੋਲਿਆ। ਫਿਰ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਪਏ ਰਹੇ, ਪਰ ਰਹੀਮੂ ਨੇ ਮੁੜ ਆਖਿਆ, ਅਖਰੋਟ ਭੰਨ ਕੇ ਖਾ ਲਵਾਂ? ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜਿਹੀ ਛਾ ਗਈ ਤੇ ਫੇਰ ਇੱਕੋ ਵਾਰੀ ਇੱਕੋ ਫੁਰਨਾ ਜਿਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ। ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ। ਮਲਕੜੇ ਜਿਹੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ, ਅਤੇ ਬੂਹਾ ਲਾ ਕੇ ਸਹਿਜੇ ਦੋਵੇਂ ਬਾਹਰ ਨਿਕਲ ਗਏ। ਰਾਤ ਮੌਤ ਜੱਡੀ ਖਾਮੋਸ਼ ਸੀ। ਸਜਰੀ ਦੱਬੀ ਮਾਂ ਦੀ ਕਬਰ ਉੱਤੇ 2 ਕਾਲੇ ਵਜੂਦ ਇਹ ਹਿੱਲ ਖਲੋਤੇ ਸਨ, ਜੇਕਰ ਮੌਤ ਦੇ ਪਰਛਾਵੇਂ ਹੁੰਦੇ ਸਨ। ਕਿੰਨਾ ਚਿਰ ਕੋਈ ਆਵਾਜ਼ ਉੱਥੋਂ ਪੈਦਾ ਨਾ ਹੋਈ। ਕੁਝ ਚਿਰ ਮਗਰੋਂ ਸਾਂ ਹੋਈ। ਕਰੀਮੂ, ਮਾਰ ਵੀ ਟੱਕ।
ਸਹਿਜੇ ਹੀ ਰਹੀਮੂ ਦੇ ਮੂੰਹੋਂ ਮਸਾਂ ਨਿਕਲਿਆ, ਤੂੰ ਵੀ ਤੇ? ਕਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਉਂਦਿਆਂ ਕਿਹਾ। ਉਹਨਾਂ ਦੀਆਂ ਹਿੱਕਾਂ ਠੱਕ ਠੱਕ ਵੱਜ ਰਹੀਆਂ ਸਨ। ਕਹੀ ਤੇ ਕੰਧਾਲਾ ਜੀਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਸਨ ਜਾਂਦੇ। ਕੱਲਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ, ਪਰ ਬਾਹਾਂ ਜੀਕਰ ਸੱਤਿਆਹੀਨ ਹੋ ਗਈਆਂ ਹੁੰਦੀਆਂ ਸਨ। ਰਾਤ ਦੀ ਖਾਮੋਸ਼ੀ ਵਿੱਚੋਂ ਇੱਕ ਬੇਮਾਲੂਮੀ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ, ਜੀਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਗੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ। ਮਾਂ, ਰਹੀਮੂ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜੀਕਰ ਉਹ ਰੋ ਪਿਆ ਹੁੰਦਾ। ਚੱਲ ਰਹੀਮੂ, ਕਰੀਮੂ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਢਹਿ ਗਏ। ਤਾਰਿਆਂ ਦੀ ਲੋਅ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ। ਵਿਦਿਆਰਥੀਓ, ਹੁਣ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਕਰੀਮੂ ਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਸਨ ਕਰਦੇ? ਕਰੀਮੂ ਤੇ ਰਹੀਮੂ ਸਾਰਾ ਦਿਨ ਖੇਡਦੇ ਰਹਿੰਦੇ ਸਨ। ਉਹਨਾਂ ਦੇ ਸਿਰ ਉੱਤੇ ਕੋਈ ਪੜ੍ਹਾਈ ਦਾ ਕੋਈ ਕਿਸਮ ਦਾ ਬੋਝ ਨਹੀਂ ਸੀ, ਜਿਸ ਕਰਕੇ ਉਹ ਖੇਡਣ ਵਿੱਚ ਰੁੱਝੇ ਰਹਿੰਦੇ ਸੀ ਤੇ ਆਪਣੀ ਬਿਮਾਰ ਪਈ ਮਾਂ ਦੀ ਵੀ ਪਰਵਾਹ ਨਹੀਂ ਸੀ ਕਰਦੇ। ਅਗਲਾ ਕੁਐਸਚਨ ਹੈ, ਆਥਣ ਸਮੇਂ ਘਰਾਂ ਨੂੰ ਮੁੜਦੇ ਵਾਹੀਆਂ ਨੂੰ ਦੇਖ ਕੇ ਕਰੀਮੂ ਤੇ ਰਹੀਮੂ ਕੀ ਸੋਚਦੇ ਸਨ? ਵਿਦਿਆਰਥੀਓ, ਜਦੋਂ ਵੀ ਆਪਾਂ ਉੱਤਰ ਲਿਖਦੇ ਹਾਂ ਤਾਂ ਪ੍ਰਸ਼ਨ ਦਾ ਕੁਝ ਹਿੱਸਾ ਨਾਲ ਲਿਖਦੇ ਹੁੰਦੇ ਹਾਂ। ਆਥਣ ਸਮੇਂ ਜਦੋਂ ਘਰਾਂ ਨੂੰ ਮੁੜਦੇ ਵਾਹੀਆਂ ਨੂੰ ਦੇਖ ਕੇ ਕਰੀਮੂ ਤੇ ਰਹੀਮੂ ਇਹ ਸੋਚਦੇ ਹੁੰਦੇ ਸੀ ਕਿ ਜਦੋਂ ਉਹਨਾਂ ਦਾ ਪਿਓ ਜਿਉਂਦਾ ਹੁੰਦਾ ਸੀ ਤਾਂ ਉਹਨਾਂ ਕੋਲ 2 ਝੋਟੀਆਂ ਤੇ ਇੱਕ ਵਹਿੜਕੀ ਵੀ ਹੁੰਦੀ ਸੀ, ਪਰ ਉਹਨਾਂ ਦਾ ਬਾਪ ਉਹਨਾਂ ਦੇ ਪਸ਼ੂਆਂ ਨੂੰ ਜੂਏ 'ਚ ਹਾਰ ਗਿਆ ਸੀ ਤੇ ਹੁਣ ਬਾਪ ਦੀ ਵੀ ਮੌਤ ਹੋ ਗਈ ਸੀ। ਉਹ ਸੋਚਦੇ ਸੀ ਉਹ 3 ਡੰਗਰਾਂ ਨੂੰ ਚਾਰਦੇ ਹੁੰਦੇ ਸੀ ਤੇ ਇਸ ਤਰ੍ਹਾਂ ਹੇਕਾਂ ਲਾਉਂਦੇ ਘਰ ਨੂੰ ਮੁੜ ਆਉਂਦੇ ਸੀ। ਅਗਲਾ ਪ੍ਰਸ਼ਨ ਹੈ, ਕਰੀਮੂ ਅਤੇ ਰਹੀਮੂ ਆਪਣੀ ਭੌਂ ਅਤੇ ਡੰਗਰ ਵੱਛਾ ਖੁੱਸਣ ਤੇ ਆਪਣੇ ਆਪ ਨੂੰ ਕਿਵੇਂ ਧਰਵਾਸ ਦਿੰਦੇ ਸੀ? ਉੱਤਰ ਕਿ ਕਰੀਮੂ ਅਤੇ ਰਹੀਮੂ ਆਪਣੇ ਜ਼ਮੀਨ ਅਤੇ ਡੰਗਰ ਬੱਚਾ ਬਾਪ ਦੁਆਰਾ ਜੂਏ ਵਿੱਚ ਹਾਰ ਜਾਣ ਕਰਕੇ ਅੰਦਰੋਂ ਦੁਖੀ ਸੀ, ਪਰ ਉਹ ਆਪਣੇ ਆਪ ਨੂੰ ਧਰਵਾਸ ਦੇ ਲੈਂਦੇ ਹੁੰਦੇ ਸੀ, ਇਹ ਕਹਿ ਕੇ ਕਿ ਚੱਲ ਕੀ ਲੈਣਾ ਗਾਲ ਫਾਹਾ ਪਾ ਕੇ, ਐਦਾਂ ਹੀ ਚੰਗਾ ਏ। ਕਰੀਮੂ ਅਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਕੀ ਰਾਏ ਸੀ? ਪਿੰਡ ਦੇ ਲੋਕ ਕਰੀਮੂ ਤੇ ਰਹੀਮੂ ਨੂੰ ਗੰਵਾਰ ਅਤੇ ਚੋਰ ਸਮਝਦੇ ਸਨ। ਜਦ ਵੀ ਪਿੰਡ ਵਿੱਚ ਕਿਸੇ ਦੇ ਘਰ ਚੋਰੀ ਹੋ ਜਾਂਦੀ ਤਾਂ ਉਹਨਾਂ ਦਾ ਸ਼ੱਕ ਪਹਿਲਾਂ ਕਰੀਮੂ ਅਤੇ ਰਹੀਮੂ ਤੇ ਹੀ ਜਾਂਦਾ ਸੀ, ਕਿਉਂਕਿ ਉਹ ਵੈਸੇ ਵੀ ਵਿਹਲੜ ਤੇ ਨਿਕੰਮੇ ਸੀ, ਜੋ ਸਾਰਾ ਦਿਨ ਖੇਡਦੇ ਰਹਿੰਦੇ ਸੀ ਜਾਂ ਲੜਦੇ ਰਹਿੰਦੇ ਸਨ। ਅਗਲਾ ਪ੍ਰਸ਼ਨ ਹੈ, ਮਾਂ ਨੂੰ ਆਪਣੀਆਂ ਮੁਰਗੀਆਂ ਬਾਰੇ ਪੁੱਤਰਾਂ ਤੇ ਕੀ ਸ਼ੱਕ ਸੀ? ਮਾਂ ਨੂੰ ਆਪਣੀਆਂ ਮੁਰਗੀਆਂ ਬਾਰੇ ਪੁੱਤਰਾਂ ਤੇ ਇਹ ਸ਼ੱਕ ਸੀ ਕਿ ਉਸ ਤੋਂ ਮਰਨ ਤੋਂ ਬਾਅਦ ਉਸਦੇ ਪੁੱਤਰ ਉਸਦੇ ਕੰਨਾਂ ਵਿੱਚੋਂ ਮੁਰਗੀਆਂ ਲਾ ਲੈਣਗੇ, ਕਿਉਂਕਿ ਉਹ ਵਿਹਲੜ ਨੇ। ਇਸ ਲਈ ਉਹ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਇਹਨਾਂ ਮੁਰਗੀਆਂ ਨੂੰ ਉਸਦੇ ਨਾਲ ਹੀ ਦਫਨਾ ਦੇਣਾ। ਅਗਲਾ ਪ੍ਰਸ਼ਨ ਹੈ, ਕਰੀਮੂ ਅਤੇ ਰਹੀਮੂ ਦੀ ਮਾਂ ਨੂੰ ਆਪਣੀਆਂ ਮੁਰਗੀਆਂ ਨਾਲ ਇੰਨਾ ਮੋਹ ਕਿਉਂ ਸੀ? ਕਰੀਮੂ ਅਤੇ ਰਹੀਮੂ ਦੀ ਮਾਂ ਨੂੰ ਆਪਣੀ ਮੁਰਗੀਆਂ ਨਾਲ ਇੰਨਾ ਮੋਹ ਇਸ ਲਈ ਸੀ ਕਿਉਂਕਿ ਉਸਦੀ ਉਹ ਪਤੀ ਦੀ ਨਿਸ਼ਾਨੀ ਸੀ। ਉਹ ਇਹਨਾਂ ਮੁਰਗੀਆਂ ਨੂੰ ਆਪਣੇ ਪਤੀ ਦੇ ਪਿਆਰ ਦੀ ਨਿਸ਼ਾਨੀ ਸਮਝਦੀ ਸੀ, ਕਿਉਂਕਿ ਉਸਦਾ ਪਤੀ ਇਹ ਚਾਹੁੰਦਾ ਸੀ ਕਿ ਇਹ ਮੁਰਗੀਆਂ ਉਹਨਾਂ ਦੇ ਕੰਨਾਂ ਵਿੱਚ, ਉਸਦੇ ਕੰਨਾਂ ਵਿੱਚ ਹਮੇਸ਼ਾ ਲਟਕਦੀਆਂ ਰਹਿਣ। ਆਪਣਾ ਅਖੀਰਲਾ ਕੁਐਸਚਨ ਹੈ, ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਗੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ। ਕਲਪਨਾ 'ਚ ਕਬਰ 'ਚੋਂ ਆਏ ਮਾਂ ਦੇ ਬੋਲਾਂ ਨੇ ਕਰੀਮੂ ਤੇ ਰਹੀਮੂ ਤੇ ਕੀ ਅਸਰ ਪਾਇਆ? ਬੱਚੇ, ਮਾਂ ਤਾਂ ਨਹੀਂ ਬੋਲੀ ਸੀ, ਇਹ ਉਹਨਾਂ ਦੀ ਕਲਪਨਾ ਆਈ ਸੀ, ਕਿਉਂਕਿ ਉਹਨਾਂ ਨੇ ਮਾਂ ਨੇ ਪਹਿਲੇ ਇਹ ਗੱਲ ਕਹੀ ਸੀ। ਕਲਪਨਾ ਵਿੱਚ
ਕਬਰ ਵਿੱਚੋਂ ਮਾਂ ਦੇ ਬੋਲ ਸੁਣ ਕੇ ਕਰੀਮੂ ਤੇ ਰਹੀਮੂ ਦੀ ਜ਼ਮੀਰ ਝੰਜੋੜੀ ਗਈ ਕਿ ਉਹ ਕਿੰਨੇ ਖਰਾਬ ਪੁੱਤਰ ਨੇ ਜੋ ਆਪਣੀ ਮਾਂ ਦੀ ਆਖਰੀ ਇੱਛਾ ਨੂੰ ਵੀ ਪੂਰੀ ਨਹੀਂ ਕਰ ਸਕਦੇ। ਇਸ ਲਈ ਉਹ ਮਾਂ ਦੀ ਕਬਰ ਨੂੰ ਬਿਨਾਂ ਪੁੱਟਿਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਲੈ ਕੇ ਉਹ ਘਰ ਨੂੰ ਮੁੜ ਆਉਂਦੇ ਹਨ। ਇੱਥੇ ਬੱਚੇ ਇਹ ਕਹਾਣੀ ਖਤਮ ਹੁੰਦੀ ਹੈ। ਪਛਤਾਵੇ ਦੇ ਹੰਝੂ ਲੈ ਕੇ ਘਰ ਨੂੰ ਮੁੜ ਆਉਂਦੇ ਆ ਤਾਂ ਮਤਲਬ ਕਿ ਉਹ ਬੱਚੇ ਹੁਣ ਸ਼ਾਇਦ ਸੁਧਰ ਜਾਣਗੇ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਧੰਨਵਾਦ।